ਸਤਿ ਸ਼੍ਰੀ ਅਕਾਲ ਜੀ। ਮੈਂ ਜੈਸਮੀਨ ਸੁੰਦਰ ਤੇ ਤੁਸੀਂ ਦੇਖ ਰਹੇ ਹੋ ਰੈਸਟਵੇ ਐਕਸਪ੍ਰੈਸ ਚੈਨਲ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਮੇਸ਼ਾ ਹੀ ਉਹਨਾਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਖੇਤਰ ਦੇ ਵਿੱਚ ਕੁਛ ਨਾ ਕੁਛ ਮੱਲਾਂ ਮਾਰੀਆਂ ਹੁੰਦੀਆਂ ਨੇ। ਅਤੇ ਅੱਜ ਅਸੀਂ ਪਹੁੰਚੇ ਹਾਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਜੀ ਦੇ ਨਾਲ ਗੱਲਬਾਤ ਕਰਨ। ਅਤੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਮੌਜੂਦਾ ਹਾਲਾਤਾਂ ਦੇ ਬਾਰੇ ਵਿੱਚ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਬਹੁਤ ਬਹੁਤ ਵੈਲਕਮ ਆ ਸਾਡੇ ਰੈਸਟਵੇ ਐਕਸਪ੍ਰੈਸ ਚੈਨਲ 'ਤੇ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਆਏ ਹੋ, ਬਹੁਤ ਧੰਨਵਾਦ ਤੁਹਾਡਾ। ਹਾਂਜੀ ਸਰ, ਕੈਪਟਨ ਸਰਕਾਰ ਦੇ 4-5 ਸਾਲਾਂ ਦੇ ਜਿਹੜੀ ਕਾਰਗੁਜ਼ਾਰੀ ਹੈ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਹੀ ਗੱਲ ਕਰਦੀਆਂ। ਹਾਂਜੀ। ਪਰ ਤੱਥਾਂ ਦੇ ਆਧਾਰ 'ਤੇ ਮੈਂ ਕਹਿ ਸਕਦਾ ਕਿ ਕੈਪਟਨ ਸਰਕਾਰ ਜਿਹੜੀ 4.5 ਸਾਲ ਸਰਕਾਰ ਬਣਾਈ ਨੂੰ ਹੋ ਗਏ ਹੈਗੇ ਆ, ਉਹ ਅੱਜ ਤੱਕ ਦੀ ਪੰਜਾਬ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਿਤ ਹੋਈ। ਸਾਰੀ ਇਹ ਜਿਹੜੀ ਸਰਕਾਰ ਬਣੀ ਆ, ਇਹ ਝੂਠੇ ਦਾਅਵਿਆਂ ਦੇ ਆਧਾਰ 'ਤੇ, ਝੂਠ ਦੀ ਪੰਡ ਦੇ ਆਧਾਰ 'ਤੇ ਬਣੀ। ਐਡੇ ਵੱਡੇ ਵੱਡੇ ਦਾਅਵੇ ਕਰ ਦਿੱਤੇ ਗਏ, ਅਨਾਊਂਸਮੈਂਟਾਂ ਕਰ ਦਿੱਤੀਆਂ ਗਈਆਂ, ਲੋਕਾਂ ਨਾਲ ਵਾਅਦੇ ਕੀਤੇ, ਅਤੇ ਉਹਨਾਂ 'ਚੋਂ ਪੂਰਾ 4 ਸਾਲ ਤੱਕ ਵੀ ਕੋਈ ਨਹੀਂ ਹੋਇਆ। ਹੁਣ 5ਵਾਂ ਸਾਲ ਆ, ਇਲੈਕਸ਼ਨ ਈਅਰ ਆ, ਤਾਂ ਲੀਪਾ ਪੋਤੀ ਕਰਨੇ ਦੀ ਕਵਾਇਦ ਸ਼ੁਰੂ ਹੋਈ ਆ। ਇਹਨਾਂ ਨੇ ਕਿਹਾ ਸੀ ਵੀ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ, ਚਾਹੇ ਉਹ ਸ਼ਾਹੂਕਾਰ ਦਾ ਹੋਵੇ, ਚਾਹੇ ਉਹ ਆੜ੍ਹਤੀ ਦਾ ਹੋਵੇ, ਚਾਹੇ ਉਹ ਬੈਂਕਾਂ ਦਾ ਹੋਵੇ, ਪੂਰੇ ਮਾफ़ ਕਰਾਂਗੇ। ਇਰਰਿਸਪੈਕਟਿਵ ਵੀ ਕਿਸਾਨ ਛੋਟਾ ਆ ਵੱਡਾ ਆ। ਉਹ ਜਿਸਲੇ ਅਮਾਊਂਟ ਕੈਲਕੂਲੇਟ ਕੀਤਾ, ਉਹ 90,000 ਕਰੋੜ ਉਦੋਂ ਬਣਦਾ ਸੀ, ਅੱਜ ਤੋਂ 4.25 ਸਾਲ ਪਹਿਲਾਂ। ਹੁਣ ਤੱਕ ਇਹਨਾਂ ਨੇ ਦਿੱਤਾ ਕਿੰਨਾ ਆ? ਸਾਰਾ 44-4500 ਕਰੋੜ, 90,000 ਦੇ ਅਗੇਂਸਟ। ਉਹ ਵੀ ਇਹਦੇ 'ਚੋਂ ਅੱਧੇ ਦੇ ਕਰੀਬ ਹੁਣ ਅਖੀਰੀ ਬਜਟ ਦੇ ਵਿੱਚੋਂ ਪੈਸੇ 1734 ਕਰੋੜ ਰੁਪਈਏ ਉਹ ਪਾਏ ਆ। ਅਤੇ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਜੇ ਅੱਜ ਕਿਸਾਨਾਂ ਦੀ ਮਾੜੀ ਹਾਲਤ ਆ, ਉਹਨਾਂ ਨੂੰ ਬੜੀਆਂ ਆਸਾਂ ਸੀ, ਆਤਮ ਹੱਤਿਆ ਹੁੰਦੀਆਂ ਪਈਆਂ ਸੀ। ਆਤਮ ਹੱਤਿਆ ਉੱਦਾਂ ਹੀ ਚੱਲ ਰਹੀਆਂ ਕਿਸਾਨਾਂ ਦੀਆਂ, ਕਿਉਂਕਿ ਕਰਜ਼ੇ ਦੇ ਨਹੀਂ ਪਾ ਰਹੇ। ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਉਹਨਾਂ ਨੇ ਵਾਅਦੇ ਕੀਤੇ ਸੀ, ਅਸੀਂ ਹੋਰ ਫਸਲਾਂ 'ਤੇ ਵੀ ਤੁਹਾਨੂੰ MSP ਦੇਵਾਂਗੇ, ਅਤੇ ਉਹ ਸਾਰੇ ਵਾਅਦੇ ਜਿਹੜੇ ਸੀ ਕਿਸਾਨਾਂ ਨਾਲ ਕੀਤੇ, ਇਹਨਾਂ ਨੇ ਪੂਰੇ ਨਹੀਂ ਕੀਤੇ। ਇਸੇ ਤਰ੍ਹਾਂ ਨੌਜਵਾਨਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ। ਇੱਕ ਤਾਂ ਕਾਂਗਰਸ ਨੇ ਹੀ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਘੋਸ਼ਿਤ ਕੀਤਾ। ਆਮ ਆਦਮੀ ਪਾਰਟੀ ਵੀ ਇਹੀ ਕਹਿੰਦੀ ਰਹੀ ਨਸ਼ੇ ਬਹੁਤ ਪੰਜਾਬ ਦੇ ਵਿੱਚ ਨੌਜਵਾਨ 50-60% ਨਸ਼ੇ ਕਰਦੇ ਆ। ਔਰ ਕੈਪਟਨ ਸਾਹਿਬ ਨੇ ਕਿਹਾ ਸੀ ਕਿ 4 ਹਫ਼ਤਿਆਂ 'ਚ ਮੈਂ ਨਸ਼ਾ ਖ਼ਤਮ ਕਰ ਦਾਂਗਾ। ਇਹਨਾਂ ਦੇ ਮੈਨੀਫੈਸਟੋ 'ਚ ਵੀ ਮੇਰੇ ਕੋਲ ਲਿਖਿਆ ਪਿਆ ਕਿ 4 ਹਫ਼ਤਿਆਂ 'ਚ ਨਸ਼ਾ ਖ਼ਤਮ ਕਰਾਂਗੇ। ਔਰ ਨਸ਼ਾ ਵਧਿਆ ਆ, ਨਸ਼ੇ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ ਆ। ਨੌਜਵਾਨਾਂ 'ਚ ਉਹੀ ਨਿਰਾਸ਼ਾ ਆ, ਨੌਜਵਾਨਾਂ ਦੇ ਘਰਦਿਆਂ ਨੂੰ ਉਹੀ ਤਕਲੀਫਾਂ ਫੇਸ ਕਰਨੀਆਂ ਪੈ ਰਹੀਆਂ। ਨਾ ਰੀਹੈਬਲੀਟੇਸ਼ਨ ਸੈਂਟਰ ਬਣੇ ਆ, ਨਾ ਨਸ਼ੇ ਦੇ ਕਿਸੇ ਤਰ੍ਹਾਂ ਦੀ ਵੀ ਠੱਲ ਲੱਗੀ ਆ। ਔਰ ਸੱਤਾਧਾਰੀ ਲੋਕ ਇਸ ਕਾਰੋਬਾਰ ਦੇ ਵਿੱਚ ਪੂਰੀ ਤਰ੍ਹਾਂ ਇਹਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਹੈਗੀ ਆ। ਇਸੇ ਤਰ੍ਹਾਂ ਉਹਨਾਂ ਨੂੰ ਕਿਹਾ ਸੀ ਤੁਹਾਨੂੰ ਅਸੀਂ ਰੁਜ਼ਗਾਰ ਦੇਵਾਂਗੇ, ਨੌਕਰੀ ਕਦੋਂ, ਘਰ ਘਰ ਨੌਕਰੀ, ਇਹ ਉਹਨਾਂ ਦਾ ਵਾਅਦਾ ਸੀ। ਫਾਰਮ ਭਰਵਾਏ ਗਏ ਬੈਠ ਕੇ, ਕਿਸਾਨਾਂ ਤੋਂ ਵੀ ਫਾਰਮ ਭਰਵਾਏ ਗਏ ਵੀ ਸਾਡੇ ਕਰਜ਼ੇ ਮਾਫ਼ ਹੋ ਜਾਊਗੇ। ਇੱਧਰੋਂ ਕੈਪਟਨ ਸਰਕਾਰ ਬਣੀ, ਉੱਧਰੋਂ ਤੁਹਾਨੂੰ ਕਰਜ਼ੇ ਮਾਫ਼। ਇੱਧਰੋਂ ਕੈਪਟਨ ਸਰਕਾਰ ਬਣੀ, ਇੱਧਰੋਂ ਤੁਹਾਨੂੰ ਨੌਕਰੀ ਮਿਲੇਗੀ। ਨੌਕਰੀ ਤਾਂ ਮਿਲੀ ਨਹੀਂ, ਹਾਲੇ ਵੀ ਸਰਕਾਰੀ ਵੈਕੈਂਸੀਆਂ ਸਾਰੀਆਂ ਵਿਹਲੀਆਂ। ਅੱਜ 4.5 ਸਾਲ ਦੇ ਬਾਅਦ ਜਿਹੜਾ ਬਹੁਤ ਪ੍ਰਾਇਰਟੀ ਸੈਕਟਰ ਆ ਹੈਲਥ ਦਾ, ਡਾਕਟਰਾਂ ਦੀਆਂ ਕੱਲ੍ਹ ਵੈਕੈਂਸੀਆਂ ਕੱਢੀਆਂ 250, 400 ਨਰਸਾਂ ਦੀਆਂ ਕੱਢੀਆਂ ਪਿਛਲੇ ਹਫ਼ਤੇ, 130 ਪੈਰਾਮੈਡੀਕਲ ਦੀਆਂ ਕੱਢੀਆਂ। 1 ਸਾਲ ਕਰੋਨਾ ਦਾ ਪੀਰੀਅਡ ਹੋ ਗਿਆ, ਤਿਆਰੀ ਕੀਤੀ ਨਹੀਂ। ਦੋਨਾਂ ਚੀਜ਼ਾਂ ਨੂੰ ਇਫੈਕਟ ਕਰਦੀਆਂ, ਰੁਜ਼ਗਾਰ ਨੂੰ ਵੀ ਕਰਦੀਆਂ ਔਰ ਕਰੋਨਾ ਦੀ ਲੜਾਈ ਦੀ ਤਿਆਰੀ ਨੂੰ ਵੀ ਕਰਦੀਆਂ। ਜਿਹੜੀਆਂ ਇਹਨਾਂ ਦੀਆਂ ਹੁਸ਼ਿਆਰਪੁਰ ਦਾ ਹਸਪਤਾਲ ਆ, ਇੱਥੇ 10 ਤੋਂ ਜ਼ਿਆਦਾ ਡਾਕਟਰਾਂ ਦੀਆਂ ਵੈਕੈਂਸੀਆਂ, ਨਰਸਾਂ ਦੇ ਪੂਰਾ ਸਟਾਫ ਨਹੀਂ ਆ। ਝੂਠੇ ਵਾਅਦੇ ਹੋਈ ਜਾਂਦੇ ਵੀ ਬੈੱਡ ਵਧਾ ਦਿੱਤੇ ਆ, ਪਰ ਜ਼ਮੀਨੀ ਹਕੀਕਤ ਬਿਲਕੁਲ ਉਲਟਾ। ਅਤੇ ਫਿਰ ਇਹ ਵੀ ਕਿਹਾ ਸੀ ਕਿ ਨੌਕਰੀ ਨਹੀਂ ਮਿਲੀ ਤਾਂ ਨੌਜਵਾਨਾਂ ਨੂੰ ਅਸੀਂ ਬੇਰੁਜ਼ਗਾਰੀ ਭੱਤਾ ਦੇਵਾਂਗੇ। ਇੱਕ ਨੌਜਵਾਨ ਨੂੰ ਵੀ ਬੇਰੁਜ਼ਗਾਰੀ ਭੱਤੇ ਦਾ 1 ਪੈਸਾ ਨਹੀਂ ਮਿਲਿਆ। ਆਪਣੇ 5 ਲੱਖ ਨੌਜਵਾਨਾਂ ਨੂੰ ਨੌਕਰੀ ਦੇਣੀ ਸੀਗੀ, ਅਤੇ ਜਿੰਨੀ ਦੇਰ ਨੌਕਰੀ ਨਹੀਂ ਮਿਲਦੀ, ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਆਈ ਸੀ, ਉਹ ਨਹੀਂ ਦਿੱਤਾ ਕਿਸੇ ਨੂੰ ਵੀ।
51,000 ਰੁਪਈਆ ਸ਼ਗਨ ਸਕੀਮ ਦੇ ਕਰਾਂਗੇ 21,000 ਤੋਂ, ਉਹ ਵੀ ਅਖੀਰੀ ਸਾਲ ਦੇ ਵਿੱਚ, ਉਹ ਵੀ ਅੱਗੇ ਜੁਲਾਈ ਤੱਕ ਪਾ ਦਿੱਤਾ। ਇਸ ਤਰ੍ਹਾਂ ਇਹ ਲੰਬੀ, ਸਾਰਿਆਂ ਨੂੰ ਹੁਣ ਤਾਂ ਪਤਾ ਹੀ ਲੱਗ ਚੁੱਕਾ, ਬਾਰ-ਬਾਰ ਸਾਰੀਆਂ ਚੈਨਲਾਂ 'ਚ ਆ ਰਿਹਾ, ਅਖਬਾਰਾਂ 'ਚ ਆ ਰਿਹਾ। ਇਹ ਲੰਬੀ ਸੂਚੀ ਆ। ਹਰ ਇੱਕ ਵਰਗ ਨੂੰ ਇਹਨਾਂ ਨੇ ਜਿੱਦਾਂ ਕਹਿ ਦਿੰਦੇ ਆ ਨਾ ਪੰਜਾਬੀ 'ਚ ਚੂਪਾ ਦੇ ਦਿੱਤਾ ਅਤੇ ਮਿੱਠੀ ਗੋਲੀ ਚੂਸੀ ਜਾਓ ਤੁਸੀਂ, ਅਤੇ ਕਿਸੇ ਦਾ ਕੁਛ ਨਹੀਂ ਬਣਿਆ। ਲੰਬੜਦਾਰਾਂ ਨੂੰ ਕਿਹਾ ਤੁਹਾਨੂੰ 2500 ਰੁਪਇਆ ਮਹੀਨਾ ਮਾਨ ਭੱਤਾ ਦੇਵਾਂਗੇ, ਤੁਹਾਨੂੰ ਚੈਂਬਰ ਦੇਵਾਂਗੇ। ਵਕੀਲਾਂ ਨੂੰ ਕਿਹਾ ਤੁਹਾਡੇ ਚੈਂਬਰ ਮੁਫਤ ਬਣਾ ਕੇ ਦੇਵਾਂਗੇ। ਅੱਜ ਤੱਕ ਕੋਈ ਉਹਨਾਂ ਦਾ ਵਾਅਦਾ ਜਿਹੜਾ ਉਹ ਸਿਰੇ ਨਹੀਂ ਚੜ੍ਹ ਸਕਿਆ। ਸਰ, ਜਿਵੇਂ ਕਾਫੀ ਚੈਨਲਾਂ 'ਤੇ ਆ ਰਿਹਾ ਹੈ ਕਿ ਕੁਛ ਸਰਕਾਰੀ ਹਸਪਤਾਲਾਂ ਦੇ ਵਿੱਚ ਆਲਰੇਡੀ ਵੈਂਟੀਲੇਟਰ ਜਿਹੜੇ ਆ ਉਹ ਘੱਟ ਹੈ, ਬਟ ਫਿਰ ਵੀ ਕੁਛ ਇੱਕ ਜਗ੍ਹਾ ਤੋਂ ਵੈਂਟੀਲੇਟਰ ਜਿਹੜੇ ਆ ਉਹ ਪ੍ਰਾਈਵੇਟ ਹਸਪਤਾਲਾਂ ਵਿੱਚ ਦਿੱਤੇ ਜਾਂਦੇ, ਅਤੇ ਪ੍ਰਾਈਵੇਟ ਹਸਪਤਾਲ ਜਿਹੜੇ ਹੈਗੇ ਆ ਉਹ ਮਿਲੇ ਤਾਂ ਉਹਨਾਂ ਨੂੰ ਸਰਕਾਰੀ ਹਸਪੀਟਲ ਤੋਂ ਵੈਂਟੀਲੇਟਰ, ਬਟ ਫਿਰ ਵੀ ਉਹ ਮਰੀਜ਼ਾਂ ਦੇ ਕੋਲੋਂ ਉਹਦਾ ਕਿਰਾਇਆ ਲੈ ਰਹੇ ਆ। ਬਿਲਕੁਲ ਤੁਹਾਡੀ ਗੱਲ ਦਰੁਸਤ ਆ ਜੀ। ਤੁਸੀਂ ਬਾਹਰ ਕਾਹਨੂੰ ਜਾਣਾ, ਮੈਂ ਤੁਹਾਨੂੰ ਹੁਸ਼ਿਆਰਪੁਰ ਦੀ ਐਗਜ਼ਾਮਪਲ ਦਿੰਦਾ। ਜੀ ਸਰ। ਇੱਥੇ ਓਬਰਾਏ ਉਹਨਾਂ ਦੀ ਸੁਸਾਇਟੀ ਆ, ਸਰਬ ਸਾਂਝੀ ਸੁਸਾਇਟੀ ਆ ਕੋਈ, ਕੀ ਨਾ ਇੱਦਾਂ ਦਾ, ਉਹਨਾਂ ਨੇ ਵੀ ਵੈਂਟੀਲੇਟਰ ਦਿੱਤੇ ਆ ਦਾਨ, ਔਰ ਆਪਣੇ ਸਰਕਾਰ ਦੇ ਵੀ ਪਏ ਸੀ। ਹੁਸ਼ਿਆਰਪੁਰ ਦੇ ਵਿੱਚ ਇੱਕ ਵੈਂਟੀਲੇਟਰ ਸਿਵਲ ਹਸਪਤਾਲ ਦੇ ਵਿੱਚ ਨਹੀਂ ਚੱਲਦਾ ਪਿਆ, ਉਹ ਪ੍ਰਾਈਵੇਟ ਨਰਸਿੰਗ ਹੋਮਾਂ ਨੂੰ ਦੇ ਦਿੱਤੇ ਆ। ਉਹ ਕਮਾਈਆਂ ਕਰ ਰਹੇ ਆ, ਇਹਨਾਂ ਕੋਲ ਨਾ ਡਾਕਟਰ ਆ ਨਾ ਆਪਰੇਟਰ ਆ, ਅਤੇ ਵੈਂਟੀਲੇਟਰ ਜਿਹਨੂੰ ਜ਼ਰੂਰਤ ਹੁੰਦੀ ਮਰੀਜ਼ ਨੂੰ, ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਜਾਣਾ ਪੈਂਦਾ, ਉੱਥੇ ਮੋਟੇ ਖਰਚੇ ਦੇਣੇ ਪੈਂਦੇ ਆ। ਅਤੇ ਸਰਕਾਰ ਬਿਲਕੁਲ ਫੇਲ ਹੋ ਗਈ ਆ ਕਰੋਨਾ ਦੀ ਰੋਕਥਾਮ ਦੇ ਵਿੱਚ। ਕਰੋਨਾ ਮਰੀਜ਼ਾਂ ਨੂੰ ਕੋਈ ਫੈਸਿਲਿਟੀ ਨਹੀਂ ਆ, ਸਿਰਫ ਨਾਂ ਨੂੰ ਆ। ਸਾਰੇ ਹੋਰ ਡਿਪਾਰਟਮੈਂਟਾਂ ਦੇ ਬੈੱਡ ਵੀ ਕਰੋਨਾ ਨੂੰ ਡੈਡੀਕੇਟ ਕਰਤੇ ਆ, ਪਰ ਉਹਦੇ ਉੱਪਰ ਫੈਸਿਲਿਟੀ ਕੋਈ ਨਹੀਂ ਹੈਗੀ। ਮਰੀਜ਼ ਉੱਥੇ ਬੈੱਡ 'ਤੇ ਲੰਮਾ ਪੈ ਕੇ ਕੀ ਕਰੂਗਾ? ਜਾਂ ਨਰਸ ਹੋਊ, ਨਾ ਸਟਾਫ ਹੋਊ, ਨਾ ਡਾਕਟਰ ਹੋਊ, ਨਾ ਵੈਂਟੀਲੇਟਰ ਹੋਊ, ਨਾ ਆਕਸੀਜਨ ਦਾ ਸਿਲੰਡਰ ਹੋਊ, ਕੁਛ ਵੀ ਨਹੀਂ ਹੋਊਗਾ, ਤਾਂ ਮਰੀਜ਼ ਦੇ ਬੈੱਡਾਂ ਦੀ ਗਿਣਤੀ ਕੀ ਕਰੂਗੀ? ਜਿਹੜੇ ਅਲੱਗ-ਅਲੱਗ, ਚਾਹੇ ਆਰਥਰੋ ਦਾ, ਚਾਹੇ ਸਰਜੀਕਲ ਦਾ, ਚਾਹੇ ਮੈਡੀਕਲ ਦਾ, ਉਹ ਸਾਰੇ ਕਰੋਨਾ ਦੇ ਖਾਤੇ ਲਿਖ ਕੇ ਕਹਿੰਦੇ ਜੀ ਅਸੀਂ 115 ਬੈੱਡ ਚਲਾਉਂਦੇ ਹਾਂ। ਮੌਕੇ 'ਤੇ 50 ਬੈੱਡ ਵੀ ਇਫੈਕਟਿਵ ਹੈ ਨਹੀਂ। ਅਤੇ ਸਰ, ਮੌਜੂਦਾ ਸਰਕਾਰ ਵੱਲੋਂ ਕਾਫੀ, ਜਿੱਦਾਂ ਹੁਸ਼ਿਆਰਪੁਰ ਦੇ ਵਿੱਚ ਵੀ ਕਾਫੀ ਡਿਵੈਲਪਮੈਂਟ ਦੇ ਵਾਅਦੇ ਕੀਤੇ ਗਏ ਸੀਗੇ, ਅਤੇ ਕੈਪਟਨ ਸਰਕਾਰ ਇਹਨਾਂ ਵਾਅਦਿਆਂ 'ਤੇ ਕਿੰਨੀ ਕੁ ਖਰੀ ਉਤਰੀ ਹੁਣ ਤੱਕ? ਜ਼ੀਰੋ ਆ ਜੀ। ਕੋਈ ਡਿਵੈਲਪਮੈਂਟ ਨਹੀਂ ਹੋਈ। ਜਿਹੜੀਆਂ ਸੜਕਾਂ ਚੰਗੀਆਂ ਸੀ ਉਹਨਾਂ ਦੇ ਉੱਪਰ ਲੁੱਕ ਪਾਤੀ ਆ। ਜੀ ਸਰ। ਮਟੀਰੀਅਲ ਅੱਜ ਕੱਲ੍ਹ ਜਿਹੜਾ ਆ ਰਿਹਾ, ਟਾਈਲਾਂ ਆ ਰਹੀਆਂ, ਤੁਸੀਂ ਦੇਖੀਆਂ ਹੋਣੀਆਂ, ਜੀ ਸਰ, ਉਹ ਇੰਨੀਆਂ ਥਰਡ ਕਲਾਸ ਆ। ਕੋਈ ਮਿਨਿਸਟਰ ਹੈ ਮੋਹਾਲੀ, ਕਿਹੜੇ ਮਿਨਿਸਟਰ ਆ, ਟੈਂਡਰ ਦੇ ਵਿੱਚ ਲਿਖਤਾ ਕਿ ਮੋਹਾਲੀ ਦੇ ਉਸ ਫਰਮ ਦੀ ਤੁਸੀਂ ਟਾਈਲ ਲਾਓਗੇ। ਤੁਸੀਂ ਆਪ ਖੁਦ ਟਾਈਲਾਂ ਦੇਖ ਕੇ ਆਓ। ਮੈਂ ਗਿਆ ਸੀ, ਮੈਨੂੰ ਵੀ ਬੁਲਾਇਆ ਕਈ ਜਗ੍ਹਾ, ਬਹਾਦਰਪੁਰ ਵੀ ਮੈਂ ਗਿਆ, ਹੋਰ ਜਗ੍ਹਾ। ISI ਟਾਈਲ ਲੱਗਣੀ ਚਾਹੀਦੀ ਹੈ, ਗਲੇਜ਼ਡ ਹੋਣੀ ਚਾਹੀਦੀ ਇੱਕ ਪਾਸਿਓਂ। ਉਹ ਇੰਨੀ ਰਫ ਆ, ਇੰਨਾ ਘਟੀਆ ਮਟੀਰੀਅਲ ਆ, ਇਹਦਾ ਹੱਥ ਮਾਰੋ ਤਾਂ ਟਾਈਲ ਟੁੱਟ ਜਾਂਦੀ ਹੈ। ਸੋ ਭ੍ਰਿਸ਼ਟਾਚਾਰ ਡਿਵੈਲਪਮੈਂਟ 'ਚ ਦੱਬ ਕੇ ਆ, ਡਿਵੈਲਪਮੈਂਟ ਹੋਈ ਨਹੀਂ। ਜਿਹੜੇ ਕੰਮਾਂ ਦੀ ਲੋੜ ਨਹੀਂ ਉਹ ਹੋ ਰਹੇ ਆ, ਜਿਹੜੇ ਕੰਮਾਂ ਦੀ ਲੋੜ ਆ ਉਹ ਹੋ ਨਹੀਂ ਰਹੇ, ਔਰ ਪੂਰਾ ਭੇਦਭਾਵ ਵਰਤਿਆ ਜਾ ਰਿਹਾ, ਰਾਜਨੀਤੀਕਰਨ ਆ ਡਿਵੈਲਪਮੈਂਟ ਦਾ। ਸੋ ਗਲੀਆਂ ਨਾਲੀਆਂ ਦੇ ਵਿੱਚ ਵੀ ਪੂਰੇ ਨਹੀਂ ਉਤਰੇ, ਬਾਕੀ ਤਾਂ ਇਹਨਾਂ ਨੇ ਹੋਰ ਕੁਛ ਕੀ ਕਰਨਾ। ਕੋਈ ਐਸਾ ਪ੍ਰੋਜੈਕਟ ਨਹੀਂ ਆ ਜਿਹੜਾ ਪਬਲਿਕ ਦੇ ਹਿੱਤ ਦਾ ਹੋਵੇ ਔਰ ਇਹ ਦੱਸ ਸਕਣ। ਨਾ ਕੋਈ ਥਰਮਲ ਲੱਗਿਆ, ਨਾ ਕੋਈ ਵੱਡਾ ਹਸਪਤਾਲ ਬਣਿਆ, ਨਾ ਕੋਈ ਐਜੂਕੇਸ਼ਨ ਲਈ ਇਸ ਸਰਕਾਰ ਦੇ ਵੇਲੇ ਕੋਈ ਯੂਨੀਵਰਸਿਟੀ ਬਣੀ ਆ ਜਾਂ ਕੁਛ ਹੋਇਆ। ਕੁਛ ਵੀ ਇਸ ਸਰਕਾਰ ਦੇ ਵੇਲੇ ਨਹੀਂ ਹੋਇਆ, ਜਦ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਇਹ ਸਾਰੀਆਂ ਚੀਜ਼ਾਂ ਵੱਡੇ ਪੱਧਰ 'ਤੇ ਜਾ ਕੇ ਬਣੀਆਂ ਸੀ। ਇਸ ਕੀ ਕਾਰਨ ਹੈ ਕਿ BJP ਸਰਕਾਰ ਜਿਹੜੀ ਕਿਸਾਨਾਂ ਨੂੰ ਅਜੇ ਤੱਕ ਇਹ ਵਿਸ਼ਵਾਸ ਨਹੀਂ ਦਿਲਾ ਸਕੀ ਕਿ ਇਹ ਜਿਹੜੇ ਖੇਤੀਬਾੜੀ ਕਾਨੂੰਨ ਹੈਗੇ ਆ ਇਹ ਕਿਸਾਨਾਂ ਦੇ ਹਿੱਤ ਲਈ ਬਣੇ ਹੋਏ ਆ? ਦੇਖੋ, BJP ਨੇ ਤਾਂ ਕੋਸ਼ਿਸ਼ ਵੀ ਕੀਤੀ ਔਰ ਸਾਰਿਆਂ ਲੋਕਾਂ ਨੇ ਸਮਝਿਆ ਵੀ, ਅਕਾਲੀ ਦਲ ਨੇ ਵੀ ਸਾਰਾ ਸਮਝਿਆ ਔਰ ਇਹਨਾਂ ਕਾਨੂੰਨਾਂ ਦੀ ਵਕਾਲਤ ਕੀਤੀ। ਇਹ ਤੋਂ ਪਹਿਲਾਂ ਵੀ ਸਾਰੀਆਂ ਪਾਰਟੀਆਂ ਲੋਕ ਸਭਾ 'ਚ, ਵਿਧਾਨ ਸਭਾ 'ਚ ਇਹਨਾਂ ਕਾਨੂੰਨਾਂ ਦੀ ਵਕਾਲਤ ਕਰਦੀਆਂ ਰਹੀਆਂ ਆ। SS ਜੌਲ ਜਿਹੜੇ ਖੇਤੀਬਾੜੀ ਦੇ ਮਾਹਰ ਆ, ਉਹ ਹਾਲੇ ਤੱਕ ਵੀ ਖੜ੍ਹੇ ਆ। ਇਹ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਹਿੱਤ ਦੇ ਆ। ਸੋ ਜੋ ਪਿਛਲੇ 50-60 ਸਾਲ ਦੇ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਜਾਂ ਸੁਝਾਅ ਆਏ ਸੀ, ਇਹ ਕਾਨੂੰਨ ਸਾਰੇ ਉਹਦੇ ਤਹਿਤ ਬਣੇ ਆ। ਕਾਂਗਰਸ ਦੇ ਮੈਨੀਫੈਸਟੋ 'ਚ ਵੀ ਚਾਹੇ ਕੇਂਦਰ ਦਾ ਚਾਹੇ ਪੰਜਾਬ ਦਾ, ਇਹ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਔਰ ਉਹਨਾਂ ਨੇ
14 ਦੇ ਵਿੱਚ ਵੀ ਬਣਾਏ ਹੈਗੇ ਆ ਕਾਨੂੰਨ, ਅਤੇ ਕੈਪਟਨ ਸਰਕਾਰ ਨੇ ਵੀ 18 ਦੇ ਵਿੱਚ ਸਿਮਿਲਰ ਕਾਨੂੰਨ ਬਣਾਏ ਆ। ਪਰ ਰਾਜਨੀਤਿਕ ਕਾਰਨਾਂ ਕਰਕੇ ਇਹ ਜਿਹੜੇ ਆ ਇਹਨਾਂ ਕਾਨੂੰਨਾਂ ਨੂੰ ਗਲਤ ਕਿਹਾ ਜਾ ਰਿਹਾ। ਪਰ ਕਨਵਿੰਸ ਕਰਨੇ ਦੀ ਗੱਲ ਆ, ਭਾਰਤੀ ਜਨਤਾ ਪਾਰਟੀ ਨੇ ਤਾਂ ਖੁੱਲ੍ਹੇ ਆਮ ਕਿਹਾ ਵੀ ਅਸੀਂ ਇਹ ਕਾਨੂੰਨ 1.5 ਸਾਲ ਲਈ ਰੋਕ ਦਿੱਤੇ ਆ, ਤੁਸੀਂ ਸੁਝਾਅ ਲਿਆਓ, ਅਸੀਂ ਤੁਹਾਡੇ ਸੁਝਾਵਾਂ ਦੇ ਅਨੁਸਾਰ ਉਹਦੇ 'ਚ ਅਮੈਂਡਮੈਂਟ ਕਰ ਦਾਂਗੇ। ਪਰ ਇਹ ਜਿਹੜਾ ਇਹ ਮੁੱਦਾ ਹੈਗਾ, ਇਹ ਕਿਸਾਨਾਂ ਦਾ ਮੁੱਦਾ ਨਾ ਰਹਿ ਕੇ ਇਹਦਾ ਰਾਜਨੀਤੀਕਰਨ ਪੂਰਾ ਹੋ ਚੁੱਕਿਆ। ਅਸਲੀ ਕਿਸਾਨ ਦੀ ਕੋਈ ਹੋਰ ਵਿਅਥਾ ਆ, ਅਤੇ ਇੱਥੇ ਸਾਰੇ ਆਪਣੇ ਰਾਜਨੀਤੀ ਰੋਟੀਆਂ ਸੇਕਣੇ ਨੂੰ ਤੁਰੇ ਵੇ ਆ, ਕਿਉਂਕਿ ਇਹਦਾ ਰਾਜਨੀਤੀਕਰਨ ਹੋ ਗਿਆ। ਹੁਣ ਉਹ ਰਾਜਨੀਤਿਕ ਲੜਾਈ ਬਣ ਗਈ ਆ। ਇਸ ਕਰਕੇ BJP ਕਿਸਾਨਾਂ ਦੀ ਹਰ ਮਦਦ ਕਰਨ ਨੂੰ ਤਿਆਰ ਆ, ਉਹਨਾਂ ਦੀ ਹਰ ਗੱਲ ਸੁਣਨ ਨੂੰ ਤਿਆਰ ਆ, ਪਰ ਇਹ ਲੋਕ ਗੱਲ ਮੁੱਕਣ ਨਹੀਂ ਦਿੰਦੇ। ਹਾਲਾਂਕਿ 1.5 ਸਾਲ ਲਈ ਕਾਨੂੰਨ ਵੀ ਰੋਕੇ ਗਏ ਹੈਗੇ ਆ, ਪਰ ਗੱਲਬਾਤ ਕਰਨੇ ਨੂੰ ਇਹ ਜਿਹੜੀਆਂ ਹੁਣ ਪੋਲੀਟੀਕਲਾਈਜ਼ ਹੋ ਗਿਆ ਸਿਸਟਮ, ਉਹ ਅੜਚਨਾ ਪਾ ਰਿਹਾ ਹੈਗਾ। ਇਹ ਇਲੈਕਸ਼ਨ ਲੰਘਾਉਣਾ ਚਾਹੁੰਦੇ ਸੀ, ਪਿੱਛੇ ਵੀ 4 ਸੂਬਿਆਂ ਦੇ, ਅੱਗੇ ਵੀ ਆ ਰਹੇ ਆ 4 ਸੂਬਿਆਂ ਦੇ, ਇਹ ਖਿੱਚਣਾ ਚਾਹੁੰਦੇ ਆ ਅਗਲੇ ਇਲੈਕਸ਼ਨਾਂ ਤੱਕ। ਇਹ ਬਾਕੀ ਦੀਆਂ ਸਾਰੀਆਂ ਪਾਰਟੀਆਂ, ਚਾਹੇ ਕਾਂਗਰਸ ਆ, ਚਾਹੇ ਕਮਿਊਨਿਸਟ ਆ, ਚਾਹੇ ਆਪ ਆ, ਚਾਹੇ ਹੁਣ ਅਕਾਲੀ ਦਲ ਵੀ ਇਹਨਾਂ ਨਾਲ ਰਲ ਗਿਆ, ਇਹ ਸਿਰਫ ਆਪਣੇ ਰਾਜਨੀਤਿਕ ਹਿੱਤਾਂ ਵਾਸਤੇ ਇਹਨੂੰ ਹੋਰ ਖਿੱਚਣਾ ਚਾਹੁੰਦੇ ਆ ਅਗਲੇ ਇਲੈਕਸ਼ਨਾਂ ਤੱਕ। ਅਤੇ ਸਰ 2022 ਦੇ ਇਲੈਕਸ਼ਨਾਂ ਵਿੱਚ BJP ਦੀ ਕੀ ਪੋਜੀਸ਼ਨ ਰਹੇਗੀ? ਕੀ ਲੱਗਦਾ ਕਿ ਮੋਦੀ ਸਰਕਾਰ ਦਾ ਜਿਹੜਾ ਤਾਨਾਸ਼ਾਹ ਰਵੱਈਆ ਹੈਗਾ ਆ, ਕਿ ਇਹਦੇ ਨਾਲ BJP ਸਰਕਾਰ ਨੂੰ ਇਹਦਾ ਖਮਿਆਜਾ ਭੁਗਤਣਾ ਪਏਗਾ? ਬਿਲਕੁਲ ਸੀਰੀਅਸਲੀ ਤੁਹਾਡੀ ਇਸ ਗੱਲ ਨੂੰ ਓਬਜੈਕਟ ਕਰਦਾ ਕਿ ਮੋਦੀ ਸਰਕਾਰ ਦਾ ਤਾਨਾਸ਼ਾਹ ਰਵੱਈਆ, ਮੋਦੀ ਸਰਕਾਰ ਦਾ ਤਾਨਾਸ਼ਾਹ ਰਵੱਈਆ ਕਿੱਥੋਂ? ਮੋਦੀ ਸਾਹਿਬ ਤਾਂ ਜਨਤਾ ਦੇ ਰੂਬਰੂ ਹੁੰਦੇ ਆ, ਮਨ ਦੀ ਗੱਲ ਕਰਦੇ ਆ, CMs ਨਾਲ ਹਰ ਚੀਜ਼ ਸਲਾਹ ਨਾਲ, ਚਾਹੇ ਕੋਵਿਡ ਆ, ਚਾਹੇ ਕੋਈ ਹੋਰ ਚੀਜ਼ ਆ, ਉਹ ਕਰਦੇ ਆ। ਤਾਨਾਸ਼ਾਹੀ ਤਾਂ ਹੁੰਦੀ ਆ, ਕਿਸੇ ਨੂੰ ਕੋਈ ਪੁੱਛੇ ਨਾ ਗਿਣੇ ਨਾ। ਮੋਦੀ ਸਾਹਿਬ ਤਾਂ ਪੂਰੀ ਜਨਤਾ ਦੀ ਜੋ ਨਵਜ਼ਾਰ ਜੋ ਸਲਾਹ ਹੈ, ਜੋ ਜਨਤਾ ਦੇ ਹਿੱਤ ਦੀ ਗੱਲ ਹੈ, ਉਹਦੇ ਅਨੁਸਾਰ ਕੰਮ ਕਰ ਰਹੇ ਹੈਗੇ ਆ। ਔਰ 2022 ਦੇ ਵਿੱਚ ਭਾਰਤੀ ਜਨਤਾ ਪਾਰਟੀ 117 ਸੀਟਾਂ ਲੜੇਗੀ ਔਰ ਸਰਕਾਰ ਸਾਡੀ ਬਣੇਗੀ। ਜੋ ਹਾਲਾਤ ਹੁਣ ਤੇਜ਼ੀ ਦੇ ਨਾਲ ਬਦਲ ਰਹੇ ਹੈਗੇ ਆ, ਇਹ ਸਾਰੀਆਂ ਪਾਰਟੀਆਂ ਕਿਸਾਨ ਦੀ ਵੋਟ ਜਿਹੜੀ ਹੈਗੀ ਆ, ਇਹ ਆਪਸ 'ਚ ਵੰਡਣਗੀਆਂ। ਅਤੇ ਜਿਹੜੇ ਲੋਕ ਕਿਸਾਨੀ ਕਾਨੂੰਨਾਂ ਨੂੰ ਵੀ ਠੀਕ ਸਮਝਦੇ ਆ, ਜਿਹੜੇ ਲੋਕ ਡਿਵੈਲਪਮੈਂਟ ਨੂੰ ਠੀਕ ਸਮਝਦੇ ਆ, ਜਿਹੜੇ ਲੋਕ ਸ਼ਾਂਤੀ ਪ੍ਰਿਯ ਆ, ਜਿਹੜੇ ਲੋਕ ਰੂਲ ਆਫ ਲਾਅ ਚਾਹੁੰਦੇ ਆ, ਉਹ ਲੋਕ ਸਾਰੇ ਹੀ ਇਕੱਠੇ ਹੋ ਕੇ ਉਹ BJP ਨੂੰ ਵੋਟ ਪਾਉਣਗੇ। ਕਿਉਂਕਿ BJP ਦੀ ਕਾਰਗੁਜ਼ਾਰੀ, ਜਿਹੜੀਆਂ ਸੂਬਿਆਂ 'ਚ BJP ਦੀਆਂ ਸਰਕਾਰਾਂ, ਉੱਥੇ ਸ਼ਾਂਤੀਪੂਰਵਕ ਸਾਰੇ ਕੰਮ ਹੁੰਦੇ ਆ, ਉੱਥੇ ਡਿਵੈਲਪਮੈਂਟ ਹੁੰਦੀ ਆ, ਉੱਥੇ ਉਹ ਇੱਕ ਆਪਣੇ ਆਪ 'ਚ ਐਗਜ਼ਾਮਪਲ ਆ। ਇੱਦਾਂ ਹੀ ਕੇਂਦਰ ਦੇ ਵਿੱਚ ਵੀ ਬੜਾ ਰੌਲਾ ਸੀ ਜਦੋਂ 2019 ਦੇ ਚੁਣਾਵ ਹੋਣੇ ਸੀਗੇ। 5 ਸਾਲ ਮੋਦੀ ਸਰਕਾਰ ਨੇ ਰਾਜ ਕੀਤਾ, ਲੋਕਾਂ ਨੇ ਕਿਹਾ ਜੀ ਇਹ ਨੋਟਬੰਦੀ ਕਰਤੀ ਜੀ, GST ਲਿਆਂਦਾ, ਪਰ ਮੋਦੀ ਸਰਕਾਰ ਨੇ ਗਰੀਬਾਂ ਵਾਸਤੇ ਸਾਰੇ ਕੰਮ ਕੀਤੇ ਸੀ। ਐਵੇਂ ਹੀ ਕਾਂਗਰਸ ਜਿਹੜੀ ਹੈਗੀ ਅੱਜ ਉਹ ਫੇਲ ਹੋ ਚੁੱਕੀ ਆ, ਉਹਨਾਂ ਕੋਲ ਕੁਛ ਕਹਿਣ ਲਈ ਨਹੀਂ। ਆਮ ਆਦਮੀ ਪਾਰਟੀ ਦਾ ਹਾਲ ਦਿੱਲੀ ਦੇ ਵਿੱਚ ਦੇਖ ਲਿਆ, ਕੋਰਟਾਂ ਉਹਨਾਂ ਨੂੰ ਫਟਕਾਰ ਲਾ ਰਹੀਆਂ, ਝੂਠੀਆਂ ਐਡਵਰਟੀਜ਼ਮੈਂਟਾਂ ਉਹ ਦੇ ਰਹੇ ਆ, ਆਪਣੇ ਪੱਲੇ ਉਹਨਾਂ ਦੇ ਕੁਛ ਨਹੀਂ ਆ, ਕੋਈ ਉਹਨਾਂ ਦੀ ਪਲੈਨਿੰਗ ਨਹੀਂ ਹੈਗੀ। ਅਤੇ ਸਿਰਫ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਹੈ ਜਿੱਤੇ ਵਿਸ਼ਵਾਸ ਕੀਤਾ ਜਾ ਸਕਦਾ ਕਿ ਨਸ਼ੇ ਹਟਾਊਗੀ ਤਾਂ ਭਾਰਤੀ ਜਨਤਾ ਪਾਰਟੀ ਹਟਾ ਸਕਦੀ ਹੈ, ਰੋਜ਼ਗਾਰ ਦੇ ਸਕਦੀ ਤਾਂ ਭਾਰਤੀ ਜਨਤਾ ਪਾਰਟੀ ਦੇ ਸਕਦੀ ਹੈ, ਕਿਸਾਨਾਂ ਦੇ ਹੱਕ ਦੀ ਗੱਲ ਕਰ ਸਕਦੀ, ਮਜ਼ਦੂਰਾਂ ਦੇ ਹੱਕ ਦੀ ਗੱਲ, ਐਮਪਲੋਇਜ਼ ਦੇ, ਦੁਕਾਨਦਾਰਾਂ ਦੇ, ਇੰਡਸਟਰੀ ਦੀ ਜੇ ਕੋਈ ਬਾਂਹ ਫਟ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਫਟ ਸਕਦੀ ਹੈ। ਬਾਕੀ ਸਭ ਨੂੰ ਅਜਮਾ ਕੇ ਪੰਜਾਬ 'ਚ ਦੇਖ ਲਿਆ ਉਹਨਾਂ ਨੇ, ਕਿਉਂਕਿ ਪਿਛਲੇ ਇਲੈਕਸ਼ਨ 'ਚ ਵੀ ਜਿੰਨੀ ਐਂਟੀ ਇਨਕੰਬੈਂਸੀ ਅਕਾਲੀ ਦਲ ਦੇ ਖਿਲਾਫ ਸੀ, ਉਹਦਾ ਖਿਮਾਜਾ BJP ਨੂੰ ਭੁਗਤਣਾ ਪਿਆ। ਹੁਣ ਅਕਾਲੀ ਦਲ ਨੇ ਆਪਣੇ ਆਪ ਹੀ ਆਪਣਾ ਰਸਤਾ ਵੱਖਰਾ ਲੱਭ ਲਿਆ ਅਤੇ BJP ਉਸ ਐਂਟੀ ਇਨਕੰਬੈਂਸੀ ਤੋਂ ਬਾਹਰ ਨਿਕਲ ਚੁੱਕੀ ਹੈ। ਅਤੇ ਸਰ, ਜਿਸ ਤਰ੍ਹਾਂ ਕਿ ਦਿੱਲੀ ਅਤੇ ਪੰਜਾਬ ਦੇ ਵਿੱਚ ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਆ ਰਹੀ ਹੈ, ਕੀ ਇਹਦੇ ਪਿੱਛੇ ਇਹ ਕਾਰਨ ਤਾਂ ਨਹੀਂ ਕਿ ਇਹਨਾਂ ਦੋਨਾਂ ਜਗ੍ਹਾ ਦੇ ਉੱਪਰ BJP ਦੀ ਸਰਕਾਰ ਨਹੀਂ ਹੈ? ਨਹੀਂ, ਇਹ ਕਾਰਨ ਨਹੀਂ ਹੈ ਆਕਸੀਜਨ ਦੀ ਕਮੀ ਦਾ। ਕਾਰਨ ਇਹ ਹੈ ਕਿ ਇੱਥੇ BJP ਦੀ ਸਰਕਾਰ ਨਹੀਂ, ਜਾਂ ਆਪ ਦੀ ਜਾਂ ਕਾਂਗਰਸ ਦੀ ਸਰਕਾਰ ਆ, ਉਹ ਝੂਠਾ ਪ੍ਰੋਪੇਗੈਂਡਾ ਕਰਦੀ ਹੈ। ਆਕਸੀਜਨ ਕਦੋਂ ਲੱਗਣੀ ਆ, ਕਿਹੜੇ ਮਰੀਜ਼ ਨੂੰ ਲੱਗਣੀ ਆ, ਇਹ ਚੀਜ਼ਾਂ ਸਾਰੀਆਂ ਸਰਕਾਰ ਨੇ ਕੰਟਰੋਲ ਕਰਨੀਆਂ ਹੁੰਦੀਆਂ ਹੈਗੀਆਂ। ਇੱਥੇ ਤਾਂ ਇਹ ਵੀ ਖਬਰਾਂ ਕਿ ਆਕਸੀਜਨ ਦੀ ਹੋਲਡਿੰਗ ਹੋਈ ਆ, ਜਮ੍ਹਾਖੋਰੀ ਹੋਈ ਆ। ਇਹ ਵੀ ਖਬਰਾਂ ਕਿ ਆਕਸੀਜਨ ਦੇ ਪਲਾਂਟ ਲਾਉਣ ਵਾਸਤੇ ਸੈਂਟਰ ਨੇ 1 ਸਾਲ ਪਹਿਲਾਂ ਸਾਰਿਆਂ ਸੂਬਿਆਂ ਨੂੰ ਕਹਿ ਦਿੱਤਾ ਹਰ ਹਸਪਤਾਲ 'ਚ ਪਲਾਂਟ ਲਾਓ, ਮਨਜ਼ੂਰੀਆਂ ਦੇ ਦਿੱਤੀਆਂ, ਅਤੇ ਜਿਹੜੇ ਕੰਮ ਸੂਬਿਆਂ ਨੇ ਕਰਨੇ ਜੇ ਉਹਨਾਂ ਨੇ ਤਿਆਰੀ ਨਹੀਂ ਕੀਤੀ ਤਾਂ ਉਹਦੇ ਵਿੱਚ ਸੈਂਟਰ ਦੀ ਸਰਕਾਰ ਦਾ ਕੋਈ ਦੋਸ਼ ਨਹੀਂ ਆ। ਆਕਸੀਜਨ ਦੀ ਕਮੀ
ਕਾਫੀ ਹੱਦ ਤੱਕ ਆਰਟੀਫਿਸ਼ੀਅਲ ਵੀ ਕ੍ਰੀਏਟ ਕੀਤੀ ਗਈ ਆ। ਕਾਫੀ ਹੱਦ ਤੱਕ ਇਹਨਾਂ ਦੋਨਾਂ ਸੂਬਿਆਂ ਦੀਆਂ ਸਰਕਾਰਾਂ ਦੀ ਇੱਕ ਮੈਂ ਕਹਿ ਸਕਦਾ ਕਿ ਇੱਕ ਫੇਲਰ ਆ, ਨਲਾਇਕੀ ਆ, ਅਸਫਲਤਾ ਆ ਕਿ ਇਹ ਕਰ ਨਹੀਂ ਸਕੇ। ਉੱਪਰੋਂ ਦੀ ਹੋਰ ਗੱਲ ਦੱਸਾਂ, ਜਿਵੇਂ ਵੈਂਟੀਲੇਟਰਾਂ ਦਾ ਹਾਲ ਆ ਉਹ ਉਵੇਂ ਹੀ ਆਕਸੀਜਨ ਦਾ ਹਾਲ ਆ। ਉਹਨੂੰ ਲਾਉਣਾ, ਉਹਨੂੰ ਫਿੱਟ ਕਰਨਾ, ਕਦੋਂ ਲਾਉਣਾ, ਉਹਦੇ ਵਾਸਤੇ ਸਾਡੇ ਕੋਲ ਪੰਜਾਬ ਕੋਲ ਵੀ ਸਟਾਫ ਹੈ ਨਹੀਂ ਹੈਗਾ, ਦਿੱਲੀ ਕੋਲ ਵੀ ਨਹੀਂ ਹੈਗਾ। ਇਹ ਚੀਜ਼ਾਂ ਵਾਰ-ਵਾਰ ਕੋਰਟਾਂ ਸਾਹਮਣੇ ਵੀ ਆਈਆਂ ਔਰ ਸੈਂਟਰ ਗੌਰਮੈਂਟ ਆਪਣੇ ਜੋ ਵੀ ਹੀਲੇ ਵਸੀਲੇ ਆ, ਈਵਨ ਫੋਰਨ ਤੋਂ ਮੰਗਾਉਣ ਤੱਕ ਵੀ ਉਹਨਾਂ ਨੇ ਕੰਮ ਕੀਤਾ ਕਿ ਆਕਸੀਜਨ ਇੰਡਸਟਰੀਅਲ ਆਕਸੀਜਨ ਸਾਰੀ ਯੂਜ਼ ਕਰਨੇ ਲਈ ਕਹਿ ਦਿੱਤਾ। ਪੈਸੇ ਬੜਾ ਵੱਡਾ ਫੰਡ ਜਾਰੀ ਕਰ ਦਿੱਤਾ। ਸੋ ਸਟੇਟਾਂ ਨੇ ਬਜਾਏ ਕਿ ਵਿੱਚ ਲੋਕਾਂ ਦੀ ਦਰਦ ਸੁਣਦੇ ਹੋਏ, ਦੁੱਖ ਸੁਣਦੇ ਹੋਏ ਆਪਣਾ ਕੋਈ ਯੋਗਦਾਨ ਪਾਉਂਦੇ, ਆਪਣੇ ਵੱਲੋਂ ਕੋਈ ਕੋਸ਼ਿਸ਼ ਕਰਦੇ, ਉਹ ਨਾ ਕਰਦੇ ਹੋਏ ਸਿੱਧਾ ਸੈਂਟਰ 'ਤੇ ਬਲੇਮ ਲਾਉਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ। ਹਰ ਇੱਕ ਬੰਦੇ ਦੀ ਜ਼ਿੰਮੇਵਾਰੀ ਆ ਇਸ ਦੁੱਖ ਦੀ ਘੜੀ 'ਚ। ਇਹ ਲੜਾਈ ਆ, ਜਿਵੇਂ ਵਾਰ ਹੁੰਦਾ, ਵਾਰ 'ਚ ਇਕੱਠੇ ਹੋ ਕੇ ਲੜਨਾ ਹੁੰਦਾ, ਦੇਸ਼ ਦੇ ਖਿਲਾਫ, ਦੇਸ਼ ਦੇ ਲੋਕਾਂ ਦੇ ਖਿਲਾਫ। ਇਹ ਕਰੋਨਾ ਦੀ ਜੰਗ ਆ, ਇਹ ਤੇਰੀ ਮੇਰੀ ਨਹੀਂ ਆ, ਇਹ ਰਾਜਨੀਤੀ ਨਹੀਂ ਆ ਕਿ ਤੂੰ ਤੇਰੀ ਜ਼ਿੰਮੇਵਾਰੀ ਆਪਣੀ ਜ਼ਿੰਮੇਵਾਰੀ ਬਲੇਮ ਗੇਮ ਨਾਲ ਇਹ ਕੰਮ ਨਹੀਂ ਨਿਕਲਣਾ ਹੈਗਾ। ਇਹ ਦੋਨੇ ਸਰਕਾਰਾਂ ਬਲੇਮ ਗੇਮ ਦੇ ਨਾਲ ਚਲੀਆਂ, ਆਪ ਡੱਖਾ ਨਹੀਂ ਤੋੜਿਆ ਅਤੇ ਸਿਰਫ ਝੂਠੇ ਪ੍ਰੋਪੇਗੈਂਡੇ ਕਰਕੇ ਸੈਂਟਰ ਸਰਕਾਰ 'ਤੇ ਇਲਜ਼ਾਮ ਲਾ ਦਿੰਦੇ। ਧੰਨਵਾਦੀ ਹਾਂ ਤੁਹਾਡਾ ਰੈਸਟਵੇ ਦਾ ਬਹੁਤ। ਤੁਸੀਂ ਹਮੇਸ਼ਾ ਹੀ ਬੜੇ ਅੱਛੇ ਸਵਾਲ ਪੁੱਛ ਕੇ ਉਹਦੀ ਜੋ ਇਨਫੋਰਮੇਸ਼ਨ ਆ ਉਹ ਸਾਡੇ ਜੋ ਵਿਊਰਸ ਆ ਉਹਨਾਂ ਕੋਲ ਪਹੁੰਚਾਉਂਦੇ ਹੋ ਔਰ ਅੱਜ ਵੀ ਤੁਸੀਂ ਬਹੁਤ ਅੱਛੇ ਮੁੱਦਿਆਂ 'ਤੇ ਗੱਲਬਾਤ ਕੀਤੀ ਹੈ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਮੈਨੂੰ ਉਮੀਦ ਆ ਕਿ ਤੁਸੀਂ ਇੱਕ ਨਿਸ਼ਪਕਸ਼ ਪੱਤਰਕਾਰਤਾ ਦਾ ਜੋ ਰਸਤਾ ਫੜਿਆ ਉਹਦੇ ਵਿੱਚ ਅੱਗੇ ਵਧਦੇ ਹੋਏ ਲੋਕਾਂ ਦੀ ਸੇਵਾ ਕਰਦੇ ਰਹੋਗੇ। ਤੁਹਾਡਾ ਥੈਂਕ ਯੂ ਸਰ। ਹਾਂਜੀ, ਇਹ ਸਨ ਸਾਡੇ ਨਾਲ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਤੀਕਸ਼ਣ ਸੂਦ ਜੀ, ਜਿਨ੍ਹਾਂ ਨੇ ਸਾਨੂੰ ਮੌਜੂਦਾ ਹਾਲਾਤਾਂ ਦੇ ਬਾਰੇ ਵਿੱਚ ਬਹੁਤ ਹੀ ਅਹਿਮ ਜਾਣਕਾਰੀ ਦਿੱਤੀ। ਅਤੇ ਤੁਸੀਂ ਦੇਖਦੇ ਰਹੋ ਰੈਸਟਵੇ ਐਕਸਪ੍ਰੈਸ ਚੈਨਲ ਅਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ।